ਸਤਿ ਸ਼੍ਰੀ ਅਕਾਲ ਜੀ। ਸੋ ਅੱਜ 5 ਅਕਤੂਬਰ ਨੂੰ ਦੁਬਾਰਾ ਯੂਕੇ ਦੀਆਂ ਕੁਝ ਅਪਡੇਟਸ, ਕੁਝ ਤਬਦੀਲੀਆਂ ਜਿਹੜੀਆਂ ਅੱਜ ਤੋਂ ਆਉਣੀਆਂ ਨੇ, ਉਹਦੇ ਅਪਡੇਟਸ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ। ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੈ, ਰਿਊਮਰਸ ਨੇ ਚਾਰੋਂ ਪਾਸੇ। ਸੋ ਹਰ ਵਾਰ ਦੀ ਤਰ੍ਹਾਂ ਡੈਸਟਨੀ ਅਬਰੋਡ ਤੁਹਾਨੂੰ ਸਹੀ ਜਾਣਕਾਰੀ, ਸਟੀਕ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਏਗਾ, ਤੁਹਾਨੂੰ ਅਵੇਅਰ ਕਰਨ ਦੇ ਲਈ। ਸੋ ਮੇਰੇ YouTube ਤੇ ਐਂਡ ਬਾਕੀ ਸਾਰੇ ਮੀਡੀਅਮਸ 'ਤੇ ਬੜੇ ਵੱਖਰੇ ਸਵਾਲ ਨੇ। ਸੋ ਮੈਂ ਉਹਨਾਂ ਦਾ ਕੁਛ ਆਨਸਰਸ ਜਿਹੜੇ ਨੇ ਦੇਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਤੋਂ। ਸਭ ਤੋਂ ਪਹਿਲਾ ਸਵਾਲ ਹੈ ਕਿ ਅੱਜ ਤੋਂ ਆਇਲਸ ਕੰਪਲਸਰੀ ਹੋ ਰਹੀ ਹੈ। ਕਿ ਮੈਂ ਵਿਦਆਊਟ ਆਇਲਸ ਨੂੰ ਯੂਕੇ ਨਹੀਂ ਜਾ ਸਕਦਾ? ਕਿ 5 ਅਕਤੂਬਰ ਤੋਂ ਬਾਅਦ ਕੋਈ ਵੀ ਯੂਕੇ ਦੀ ਫਾਈਲ ਲੱਗੀ ਕਿਸੇ ਵੀ ਇਨਟੇਕ ਵਾਸਤੇ, ਚਾਹੇ ਨਵੰਬਰ ਦਾ ਚਾਹੇ ਜੈਨ ਦਾ, ਸਾਨੂੰ ਯੂਕੇ ਵੀ ਆਈ ਜਾਂ ਨੋਨ ਯੂਕੇ ਵੀ ਆਇਲਸ ਕਰਨੀ ਪਏਗੀ? ਮੈਂ ਦੱਸਦਾ ਨਾ, 10 ਸਾਲ ਪਹਿਲਾਂ ਵੀ ਜਾਂ ਅੱਜ ਵੀ ਯੂਕੇ ਦੇ ਵਿੱਚ ਇੰਗਲਿਸ਼ ਕੰਪਲਸਰੀ ਹੈਗੀ ਸੀ, ਆਇਲਸ ਕਦੀ ਕੰਪਲਸਰੀ ਨਹੀਂ ਸੀ ਹੈਗੀ। ਉਹ ਕਿਵੇਂ? ਜਦੋਂ ਤੁਸੀਂ +2 ਵਾਲਾ ਬੱਚਾ ਜਾਂ ਬੈਚਲਰ ਵਾਲਾ ਬੱਚਾ ਵਿਦਆਊਟ ਆਇਲਸ ਫਾਈਲ ਲਗਾਉਂਦਾ ਪਿਆ, ਉਹਦੀ +2 ਦੀ ਪਰਸੈਂਟੇਜ ਵੇਖੀ ਜਾਂਦੀ ਹੈ। ਕੋਈ ਯੂਨੀਵਰਸਿਟੀ 70% ਇੰਗਲਿਸ਼ ਵਿੱਚ ਐਕਸੈਪਟ ਕਰ ਰਹੀ ਹੈ, ਕੋਈ MOA ਗਰਾਊਂਡ 'ਤੇ ਐਕਸੈਪਟ ਕਰ ਰਹੀ ਹੈ, ਕੋਈ ਡੂਓਲਿੰਗੋ ਜਿਹੜਾ ਟੈਸਟ ਹੈ ਉਹਦੇ ਬੇਸ 'ਤੇ ਤੁਹਾਨੂੰ ਕੈਸ਼ ਦੇ ਰਹੀ ਹੈ, ਔਰ ਕੋਈ ਵੱਖਰੇ ਸੈਲਟ ਨੇ ਉਹਦੇ ਬੇਸ 'ਤੇ ਤੁਹਾਨੂੰ ਕੈਸ਼ ਦੇ ਰਹੀ ਹੈ। ਸੋ ਯੂਕੇ ਦੇ ਵਿੱਚ ਇੰਗਲਿਸ਼ ਸ਼ੁਰੂ ਤੋਂ ਕੰਪਲਸਰੀ ਸੀ, ਆਇਲਸ ਕਦੀ ਕੰਪਲਸਰੀ ਨਹੀਂ ਸੀ ਹੈਗੀ। ਜੇ ਤੁਸੀਂ ਆਇਲਸ ਦੀ ਦੇਣਾ ਚਾਹੁੰਦੇ ਹੋ, ਇੱਕੋ ਆਇਲਸ ਦਾ ਐਗਜ਼ਾਮ ਜਿਹੜਾ UKVI ਦਾ ਐਕਸੈਪਟਡ ਹੈਗਾ। ਸੋ ਜਿਹਦੇ ਕੋਲ UKVI ਆਇਲਸ ਨਹੀਂ ਹੈਗੀ, ਉਹਦੇ ਵਾਸਤੇ HEI ਹਾਇਰ ਐਜੂਕੇਸ਼ਨ ਇੰਸਟੀਚਿਊਟ ਦੇ ਕੋਲ ਇਹ ਰਾਈਟ ਨੇ, ਇਹ ਉਹਨਾਂ ਕੋਲ ਇਖਤਿਆਰ ਨੇ ਕਿ ਉਹ ਬੱਚੇ ਨੂੰ ਵਿਦਆਊਟ UKVI ਆਇਲਸ ਜਿਹੜੀ ਹੈ ਕੈਸ਼ ਦੇ ਸਕਦੇ ਆ। ਉਹ 5 ਅਕਤੂਬਰ ਤੋਂ ਪਹਿਲਾਂ ਵੀ ਦੇ ਰਹੇ ਸੀ, 5 ਅਕਤੂਬਰ ਤੋਂ ਬਾਅਦ ਵੀ ਦੇਣੇ ਆ। ਜੇਕਰ ਮੈਂ ਨਟਸ਼ੈਲ 'ਚ ਕਹਿਣ ਦੀ ਕੋਸ਼ਿਸ਼ ਕਰਾਂ, ਸਿਰਫ ਉਹਨਾਂ ਨੇ ਯੂਰੋਪੀਅਨ ਬੱਚਿਆਂ ਨੂੰ, ਫੋਰ ਐਗਜ਼ਾਮਪਲ ਕੰਟਰੀਜ਼ ਲਾਈਕ ਹੰਗਰੀ ਐਂਡ ਮਾਲਟਾ, ਜਿਹੜੀ ਕੁਛ ਯੂਰਪ ਦੀ ਕੰਟਰੀ ਜਿਨ੍ਹਾਂ ਤੋਂ ਇੰਗਲਿਸ਼ ਨਹੀਂ ਚੱਲਦੀ, ਉੱਥੋਂ ਪਹਿਲੇ ਉਹਨਾਂ ਨੂੰ ਆਪਣਾ ਇੰਗਲਿਸ਼ ਦੇ ਪੁਆਇੰਟਸ ਜਾਂ ਇੰਗਲਿਸ਼ ਦਿਖਾਉਣ ਦੀ ਲੋੜ ਨਹੀਂ ਸੀ ਪੈਂਦੀ। ਸਗੋਂ ਏਸ਼ੀਅਨਸ ਨੂੰ ਅਤੇ ਯੂਰੋਪੀਅਨ ਬੱਚਿਆਂ ਨੂੰ ਇੱਕੋ ਬ੍ਰੈਕਟ 'ਚ ਪਾਉਣ ਦੇ ਲਈ ਇਹ ਨਵਾਂ ਪੁਆਇੰਟ ਬੇਸ ਸਿਸਟਮ ਅੱਜ ਤੋਂ ਸ਼ੁਰੂ ਹੋ ਗਿਆ। ਇਹਦੇ ਵਾਸਤੇ ਪੋਜ਼ਿਟਿਵ ਹੀ ਰਹੋ, ਤਾਂ ਕਿ ਅੱਜ ਜਿੰਨੇ ਵੀਜ਼ਾਸ ਉਹਨਾਂ ਨੇ ਓਵਰਆਲ 6 ਲੱਖ ਵੀਜ਼ਾ ਦੇਣਾ, ਉਹਦੇ ਵਿੱਚ ਕੈਪਿੰਗ ਕੋਈ ਨਹੀਂ ਹੈਗੀ। ਉਹਦੇ ਵਿੱਚ ਇੰਡੀਅਨਸ ਪਲੱਸ ਯੂਰੋਪੀਅਨ ਜਿਹੜੇ ਨੇ ਉਹ ਸੇਮ ਜਿਹੜੀ ਹੈ ਬ੍ਰੈਕਟ ਦੇ ਵਿੱਚ ਆ ਗਿਆ। ਉਹਨਾਂ ਨੂੰ ਵੀ ਇੰਗਲਿਸ਼ ਦਿਖਾਉਣੀ ਪਏਗੀ, ਬਿਕੋਜ਼ ਬ੍ਰੈਕਜ਼ਿਟ ਤੋਂ ਬਾਅਦ ਹੁਣ ਯੂਰੋਪੀਅਨ ਬੱਚਿਆਂ ਨੂੰ ਵੀ ਆਪਣਾ ਵੀਜ਼ਾ ਟੀਅਰ 4 ਦੀ ਬਜਾਏ ਨਵੇਂ ਪੁਆਇੰਟ ਬੇਸ ਸਿਸਟਮ 'ਚ ਵੀਜ਼ਾ ਅਪਲਾਈ ਕਰਨਾ ਪਏਗਾ। ਸੋ ਇੰਗਲਿਸ਼ ਕੋਈ ਕੰਪਲਸਰੀ ਨਹੀਂ ਹੈਗੀ। ਜਦੋਂ ਕੈਸ਼ ਆਉਂਦਾ ਸੀਗਾ, HEI ਮਤਲਬ ਕਿ ਹਾਇਰ ਐਜੂਕੇਸ਼ਨ ਇੰਸਟੀਚਿਊਟ ਜਾਂ ਯੂਨੀਵਰਸਿਟੀ ਲਿਖ ਕੇ ਦਿੰਦੀ ਹੈ ਕਿ ਮੈਂ ਬੱਚੇ ਦੀ ਇੰਗਲਿਸ਼ ਜੇਕਰ ਵੇਵ ਆਫ ਕਰ ਰਿਹਾ, ਮੇਰੇ ਕੋਲ ਰਾਈਟ ਹੈਗੇ ਆ, ਅਤੇ ਕਿਹੜੇ ਗਰਾਊਂਡਸ ਦੇ ਉੱਤੇ ਬੱਚੇ ਦੀ ਮੈਂ ਆਇਲਸ ਜਿਹੜੀ ਹੈ ਵੇਵ ਆਫ ਕੀਤੀ ਹੈ। ਉਹ ਲਿਖ ਕੇ ਦਿੰਦਾ ਕਿ ਮੈਂ ਬੱਚੇ ਦੀ MOI ਦੇਖੀ, ਉਹ ਲਿਖ ਕੇ ਦਿੱਤਾ ਹੈ ਕਿ ਬੱਚੇ ਦਾ ਜਿਹੜਾ ਪਿਛਲਾ ਪਰਸੈਂਟੇਜ ਸੀਗੀ +2 ਦੇ ਵਿੱਚ ਇੰਗਲਿਸ਼ ਦੀ, ਮੈਂ ਉਹ ਪਰਸੈਂਟੇਜ ਵੇਖ ਕੇ ਜਾਂ ਉਹਦੀ ਇੰਟਰਵਿਊ ਲੈ ਕੇ ਮੈਂ ਉਹਨੂੰ ਇਹ ਕੈਸ਼ ਦੇ ਰਿਹਾ। ਸੇਮ ਅੱਗੇ ਵੀ ਚੱਲਦਾ ਰਹਿਣਾ। ਹੁਣ ਸਿਰਫ ਡਿਜ਼ਾਈਨ ਕੀ ਕੀਤਾ ਹੈ, 10 ਪੁਆਇੰਟ ਜਿਹੜੇ ਨੇ ਉਹਦੇ ਵਾਸਤੇ ਕੁਛ ਯੂਨੀਵਰਸਿਟੀਜ਼ ਲਿਖ ਕੇ ਦਿੰਦੀਆਂ ਸੀਗੀਆਂ ਦੈਟ ਵੀ ਹੈਵ ਮੇਡ ਐਨ ਅਸੈਸਮੈਂਟ। ਨਾਓ ਜੇ ਉਹ ਯੂਨੀਵਰਸਿਟੀਆਂ ਇਕੱਲਾ ਸਿਰਫ ਇਹ ਲਿਖ ਕੇ ਦੇਣਗੀਆਂ, ਤੇ ਉਹਦੇ ਨਾਲ ਐਡ ਔਨ ਕਰਨਾ ਪਏਗਾ ਦੈਟ ਦੇ ਹੈਵ ਮੇਡ ਐਨ ਅਸੈਸਮੈਂਟ ਔਨ ਵਾਟ ਗਰਾਊਂਡਸ, ਔਨ ਵਿਚ ਗਰਾਊਂਡਸ ਤੇ ਉਹਨਾਂ ਨੇ ਜਿਹੜੀ ਹੈ ਆਇਲਸ ਜਿਹੜੀ ਵੇਵ ਆਫ ਕੀਤੀ। ਡੈਟਸ ਇਟ। ਸੋ ਇੰਗਲਿਸ਼ ਐਂਡ ਆਇਲਸ ਜਿਹੜੀ ਹੈ ਉਹ ਕੰਪਲਸਰੀ ਨਹੀਂ ਹੋਣੀ। ਇੰਗਲਿਸ਼ ਦੀ ਤੁਹਾਨੂੰ ਆਪਣੀ ਐਬਿਲਿਟੀ ਦਿਖਾਉਣੀ ਪਏਗੀ ਦੈਟ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਉਹ ਪਹਿਲੀ ਸੇਮ ਐਸ ਬਿਫੋਰ, ਤੁਸੀਂ ਉਹਨੂੰ +2 ਦੀ ਪਰਸੈਂਟੇਜ ਦੇ ਨਾਲ, ਇੰਗਲਿਸ਼ ਦੀ ਪਰਸੈਂਟੇਜ ਦੇ ਨਾਲ, MOA ਦੀ ਗਰਾਊਂਡਸ ਦੇ ਨਾਲ ਤੁਸੀਂ ਦਿਖਾ ਸਕਦੇ ਹੋ। ਯੈਸ, ਅਰਲੀਅਰ ਇਹ ਸੀਗਾ ਕਿ ਜੇਕਰ ਯੂਨੀਵਰਸਿਟੀ ਨੇ ਤੁਹਾਨੂੰ MOA ਦੇ ਗਰਾਊਂਡ 'ਤੇ ਤੁਹਾਡੀ ਕੈਸ਼ ਦਿੱਤਾ ਹੈ, ਉਹ MOA ਜਿਹੜਾ ਹੈਗਾ ਉਹ ਵੈਰੀਫਾਈ ਹੋਣੀ ਚਾਹੀਦੀ ਹੈ, ਉਹ ਐਮਬੈਸੀ ਵਿੱਚ ਨਾਲ ਜਾਏਗੀ। ਬਿਕੋਜ਼ ਕੈਸ਼ ਦੇ ਵਿੱਚ ਜਿਹੜੇ ਡਾਕੂਮੈਂਟਸ ਮੈਂਸ਼ਨ ਹੋ ਜਾਂਦੇ ਆ, ਉਹ ਡਾਕੂਮੈਂਟ ਤੁਹਾਨੂੰ ਐਮਬੈਸੀ 'ਚ ਨਾਲ ਭੇਜਣੇ ਪੈਣਗੇ। ਸੋ ਪਿਛਲੇ ਇਨਟੇਕ ਦੇ ਵਿੱਚ ਕਾਫੀ ਬੱਚਿਆਂ ਨੇ MOA ਦੇ ਨਾਲ ਛੇੜਖਾਨੀ ਕੀਤੀ ਸੀਗੀ ਜਾਂ ਏਜੰਟਸ ਨੇ ਕਰਵਾਈ ਸੀ, ਆਈ ਡੋਂਟ ਨੋ, ਬਟ ਉਹ ਕੰਮ ਹੁਣ ਨਾ ਕਰਿਓ। ਬਿਕੋਜ਼ ਇਨਕੁਆਇਰੀ ਜਿਹੜੀ ਹੈ ਹਰ ਤਰ੍ਹਾਂ ਦੀ ਐਮਬੈਸੀ ਦੇ ਵਿੱਚ ਬੜੀ ਸਟ੍ਰਿਕਟ ਹੋ ਚੁੱਕੇ ਨੇ, ਉਹ ਚੱਲੇਗੀ। ਮੈਂ ਦੱਸਿਆ ਕ੍ਰੈਡੀਬਿਲਿਟੀ ਇੰਟਰਵਿਊ ਜਿਹੜੀ ਹੈ, ਮੈਂ ਮੇਰਾ ਖਿਆਲ 2 ਮਹੀਨੇ ਪਹਿਲਾਂ ਹੀ ਇਹ ਚੀਜ਼ ਦਾ ਫੇਸਬੁੱਕ 'ਤੇ ਤੁਹਾਨੂੰ ਕਹਿਤਾ ਸੀਗਾ ਕਿ ਕ੍ਰੈਡੀਬਿਲਿਟੀ ਇੰਟਰਵਿਊ ਥੋੜ੍ਹੀ ਸਟ੍ਰਿਕਟ ਹੋਣੀ ਹੈ, ਉਹਦੇ ਉੱਤੇ ਆਪਣਾ ਧਿਆਨ ਦੇ ਦਿਓ। ਤੁਸੀਂ ਇੱਥੇ ਇੰਡੀਆ 'ਚ ਵੀਜ਼ਾ ਵਿਦਆਊਟ ਇੰਟਰਵਿਊ ਲੈ ਸਕਦੇ ਹੋ। ਤੁਸੀਂ ਕੱਲ੍ਹ ਨੂੰ ਜਿਹੜਾ ਬੋਰਡਰ ਕਲੀਅਰ ਕਰਨਾ ਹੈ, ਉੱਥੇ ਸਾਈਡ 'ਤੇ ਵੀ ਲਿਖਿਆ ਹੁੰਦਾ ਹੈ ਕਿ ਜਿਹੜਾ ਫਾਈਨਲ ਤੁਹਾਡੀ ਐਂਟਰੀ ਹੈ, ਤੁਹਾਨੂੰ ਉਸ ਜਿਹੜਾ ਬੋਰਡਰ ਏਜੰਸੀ ਦੇ ਬੰਦਾ ਖੜਾ ਹੈ, ਬੋਰਡਰ ਦੇ ਬੰਦਾ ਖੜਾ ਹੈ, ਉਹਨੂੰ ਸੈਟੀਸਫਾਈ ਕਰਨਾ ਪਏਗਾ ਕਿ ਤੁਹਾਡੀਆਂ ਜਿਹੜੀਆਂ ਉੱਥੇ ਪੜ੍ਹਨ ਦੀ ਹੈ, ਜਿਹੜੀ ਤੁਹਾਡੀ ਮਨਸ਼ਾ ਬਿਲਕੁਲ ਪੜ੍ਹਨ ਦੀ ਹੈਗੀ ਆ। ਸੋ ਉਹਨੂੰ ਸੈਟੀਸਫਾਈ ਕਰਨ ਲਈ ਤੁਹਾਡੀ ਇੰਟਰਵਿਊ ਦੀ ਤਿਆਰੀ ਤਾਂ ਹੋਣੀ ਹੀ ਚਾਹੀਦੀ ਹੈ। ਗਿਣਤੀ ਦੇ 4 ਜਾਂ 5 ਸਵਾਲ ਹੁੰਦੇ ਆ। ਤੁਸੀਂ UK ਕਿਉਂ ਜਾਣਾ ਚਾਹੁੰਦੇ ਹੋ, ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ, ਤੁਹਾਡੀ ਫੀਸ ਕਿੰਨੀ ਹੈ, ਤੁਹਾਡੀ ਲਿਵਿੰਗ ਕਿੰਨੀ ਹੈ, ਜਾ ਕੇ ਕਿੱਥੇ ਰਹੋਗੇ, ਇਹ ਕੋਰਸ ਦਾ ਇੰਡੀਆ ਵਾਪਸ ਆਉਣ ਤੋਂ ਬਾਅਦ ਜਾਂ ਦੁਨੀਆ 'ਚ ਕਿੱਥੇ ਵੀ ਜਾਓਗੇ ਤੁਹਾਨੂੰ ਇਹ ਕੋਰਸ ਦਾ ਬੈਨੀਫਿਟ ਕਿਵੇਂ ਮਿਲੇਗਾ।
ਸੋ ਇਹ ਜਿਹੜੇ 5-6 ਸਵਾਲ ਨੇ ਇਹ ਤੇ ਤੁਹਾਨੂੰ ਆਣੇ ਹੀ ਚਾਹੀਦੇ ਆ। ਜੇਕਰ ਤੁਸੀਂ ਇਹਨਾਂ ਕੁਐਸਚਨ ਦੇ ਜਵਾਬ ਨਹੀਂ ਦੇ ਸਕਦੇ, ਉਸ ਬੱਚੇ ਨੂੰ ਇੰਡੀਆ ਤੋਂ ਬਾਹਰ ਜਾ ਕੇ ਪੜ੍ਹਨ ਦਾ ਮੈਂ ਸਮਝਦਾ ਕਿ ਉਹਨੂੰ ਪੜ੍ਹਨਾ ਹੀ ਨਹੀਂ ਚਾਹੀਦਾ, ਉਹਨੂੰ ਪੜ੍ਹਨ ਜਾਣਾ ਵੀ ਨਹੀਂ ਚਾਹੀਦਾ ਜੇਕਰ ਉਹ ਬੱਚਾ 5-6 ਬੇਸਿਕ ਸਵਾਲ ਨਹੀਂ ਦੇ ਸਕਦਾ। ਕੀ ਆਪਾਂ ਉੱਥੇ ਜਾ ਕੇ ਜਦੋਂ ਕਿਸੇ ਇੰਪਲੋਇਰ ਕੋਲ ਜਾਵਾਂਗੇ ਪਾਰਟ ਟਾਈਮ ਜੋਬਸ ਦੇ ਵਿੱਚ ਆਪਣਾ CV ਦੇ ਕੇ ਜੋਬ ਅਪਲਾਈ ਕਰਾਂਗੇ, ਕੀ ਅਸੀਂ ਆਪਣੇ ਆਪ ਨੂੰ ਇੰਟਰੋਡਿਊਸ ਨਹੀਂ ਕਰਾਂਗੇ ਕਿ ਮੈਂ ਹੁਣ ਤੱਕ ਇਹ ਕੀਤਾ, ਮੈਂ ਇੱਥੇ ਰਹਿਣਾ। ਸੋ ਵੈਰੀ ਸਿੰਪਲ, ਜੇਕਰ ਕੱਲ੍ਹ ਨੂੰ ਪਾਰਟ ਟਾਈਮ ਜੋਬਸ ਵੀ ਲੈਣੀਆਂ ਨੇ ਤਾਂ ਵੀ ਤੁਹਾਨੂੰ ਉੱਥੇ ਜਾ ਕੇ ਇੰਟਰਵਿਊ ਦੇਣੀ ਪਏਗੀ। ਸੋ ਮੇਰਾ ਖਿਆਲ ਹੈ ਜਿੰਨੇ ਵੀ ਚੰਗੇ ਕੰਸਲਟੈਂਟਸ ਨੇ ਉਹ ਆਪਣਾ ਪ੍ਰੀ ਡਿਪਾਰਚਰ ਸੈਸ਼ਨ ਤੋਂ ਲੈ ਕੇ ਇੰਟਰਵਿਊ ਤਿਆਰੀ ਤੋਂ ਲੈ ਕੇ ਬੱਚੇ ਨੂੰ ਸਮਝਾਉਂਦੇ ਆ, ਕੁਐਸਚਨਸ ਦਿੰਦੇ ਆ, ਆਨਸਰਸ ਦਿੰਦੇ ਆ। ਸੋ ਇੰਟਰਵਿਊ ਜਿਹੜੀ ਹੈ ਕ੍ਰੈਡੀਬਿਲਿਟੀ ਪਹਿਲੇ ਵੀ ਹੁੰਦੀ ਸੀ, ਹੁਣ ਵੀ ਹੋਏਗੀ। ਮੈਂ ਦੱਸਿਆ ਸੀਗਾ ਕਿ ਜੈਨ ਇਨਟੇਕ ਤੋਂ ਬਾਅਦ ਜਾਂ ਜੈਨ ਤੋਂ ਬਾਅਦ UK ਹਾਈ ਕਮਿਸ਼ਨ ਵੱਲੋਂ ਵੀ ਥੋੜ੍ਹੀ ਇੰਟਰਵਿਊ ਦੀ ਪਰਸੈਂਟੇਜ ਜਿਹੜੀ ਹੈ ਵਧੇਗੀ। ਲਾਸਟ ਵੀਡੀਓ 'ਚ ਮੈਂ ਹਰ ਵਾਰੀ ਕਹਿ ਚੁੱਕਾ। ਸੋ ਬੱਚੇ ਥੋੜ੍ਹਾ ਜਿਹਾ ਲਾਈਟਲੀ ਨਾ ਲੈਣ ਇਸ ਚੀਜ਼ ਨੂੰ, ਉਹਨਾਂ ਨੂੰ ਪੜ੍ਹਨਾ ਹੀ ਪਏਗਾ। ਸੋ ਅਗਲਾ ਕੁਐਸਚਨ ਹੈ ਮੇਰੇ ਕੋਲ ਕਿ ਡੂਓਲਿੰਗੋ ਜਿਹੜਾ ਐਕਸੈਪਟੇਬਲ ਹੈਗਾ ਫॉर द ਜੈਨ ਐਂਡ ਫॉर द ਅਪਕਮਿੰਗ ਇਨਟੇਕਸ। ਸੀ ਡੂਓਲਿੰਗੋ ਟੈਸਟ ਫਿਲਹਾਲ ਐਕਸੈਪਟੇਬਲ ਹੈਗਾ, ਲੇਕਿਨ ਕੁਛ ਇਹ ਯੂਨੀਵਰਸਿਟੀਜ਼ ਵੱਲੋਂ ਈਮੇਲ ਆ ਗਈ ਹੈ ਕਿ ਆਪਾਂ 5 ਅਕਤੂਬਰ ਤੋਂ ਬਾਅਦ ਡੂਓਲਿੰਗੋ ਨੂੰ ਐਕਸੈਪਟ ਨਹੀਂ ਕਰਾਂਗੇ। ਸੋ ਮੈਂ ਇਹ ਐਡਵਾਈਸ ਕਰਦਾ, ਇਹ ਪ੍ਰੈਫਰ ਕਰਦਾ ਕਿ ਜੇਕਰ ਤੁਸੀਂ ਡੂਓਲਿੰਗੋ ਕਰ ਰਹੇ ਹੋ ਤਾਂ PT ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ। ਸੈਂਟਰ ਜਿਹੜੇ ਨੇ ਆਨਲਾਈਨ ਟ੍ਰੇਨਿੰਗਸ ਦੇ ਰਹੇ ਆ, ਬਟ ਯੈਸ देयर आर ਚਾਂਸਿਸ ਬਿਕੋਜ਼ ਕੁਛ ਇੱਕ ਯੂਨੀਵਰਸਿਟੀਜ਼ ਨੇ ਮੈਂਸ਼ਨ ਕਰ ਦਿੱਤਾ ਕਿ ਸਾਨੂੰ ਡੂਓਲਿੰਗੋ ਟੈਸਟ ਨਾ ਭੇਜੋ। ਸੋ ਜੇਕਰ ਇੱਕ ਨੇ ਕੀਤਾ ਹੈ ਤਾਂ ਗਾਂ ਜਾ ਕੇ ਹੋਰ ਯੂਨੀਵਰਸਿਟੀਜ਼ ਵੀ ਕਰ ਸਕਦੀਆਂ। ਸੋ ਔਨ ਡੈਟ ਗਰਾਊਂਡਸ ਮੈਂ ਰਿਕਮੈਂਡ ਕਰਦਾ ਕਿ ਜੇਕਰ ਤੁਸੀਂ ਡੂਓਲਿੰਗੋ ਕਰ ਚੁੱਕੇ ਹੋ ਤਾਂ ਘਬਰਾਓ ਨਾ, ਜੇ ਕਰਨ ਜਾ ਰਹੇ ਹੋ ਤੁਸੀਂ IELTS ਜਾਂ PT ਜਿਹੜੀ ਕਰ ਲਓ ਤਾਂ ਕਿ ਤੁਸੀਂ ਹੋਰ ਸੇਫ ਹੋ ਸਕੋ। ਸੋ ਫਿਰ ਅੱਗੇ ਉਹੀ ਸਵਾਲ ਹੈ ਕਿ ਵਿਦਆਊਟ IELTS ਬੱਚੇ 10 ਪੁਆਇੰਟ ਕਿਵੇਂ ਲਿਆਣਗੇ। ਵਿਦਆਊਟ IELTS ਬੱਚੇ ਮੈਂ ਦੱਸ ਕੇ ਹਟਿਆ 10 ਪੁਆਇੰਟ ਆਪਣੇ ਸੇਮ ਐਸ MOI ਬੇਸ 'ਤੇ, ਆਪਣੀ ਇੰਗਲਿਸ਼ ਦੀ ਪਰਸੈਂਟੇਜ ਦੇ ਬੇਸ 'ਤੇ ਜਾਂ ਕੋਈ ਵੀ ਸਿਕਿਉਰ ਇੰਗਲਿਸ਼ ਲੈਂਗੁਏਜ ਟੈਸਟ ਦਿਖਾ ਕੇ ਲਿਆਣਗੇ ਸੇਮ ਐਸ ਬਿਫੋਰ। ਇੱਕ ਜਿਹੜਾ ਮਾਰਕੀਟ ਦੇ ਵਿੱਚ ਬੜਾ ਬੱਚਿਆਂ ਦੇ ਨਾਲ ਧੱਕਾ ਹੀ ਹੋਇਆ ਜਾਂ ਲਾਸਟ ਟਾਈਮ ਹੀ ਹੋਇਆ ਸੀਗਾ, ਹੁਣ ਵੀ ਹੋ ਰਿਹਾ, FD ਅਗੇਂਸਟ OD ਦਾ। ਇਹ YouTube ਤੇ ਕੁਐਸਚਨ ਹੈ, ਮੈਂ ਚਾਹਾਂਗਾ ਕਿ ਉਹ ਮੈਂ ਕੁਐਸਚਨ ਤੁਹਾਡੇ ਅੱਗੇ ਡਿਸਪਲੇ ਵੀ ਕਰਦੇ ਹਾਂ ਕਿ ਭਾਜੀ FD ਅਗੇਂਸਟ OD ਜਿਹੜੀ ਹੈ ਮੇਰੀ ਏਜੰਟ ਨੇ ਮੇਰੀ ਲਗਾਈ ਹੈ ਐਂਡ ਤੁਹਾਡੀ ਵੀਡੀਓ ਦੇਖੀ ਸੀ ਕਿ ਉਹ ਮੇਰਾ ਵੀਜ਼ਾ ਆਏਗਾ ਕਿ ਨਹੀਂ ਆਏਗਾ। ਸੀ ਪਹਿਲੇ ਤੇ ਆਈ ਵਿਸ਼ ਯੂ ਤਾਂ ਲੱਕ ਕਿ ਤੁਹਾਡਾ ਵੀਜ਼ਾ ਆ ਜਾਏ, ਲੇਕਿਨ ਇਹਦੇ ਵਿੱਚ ਇਹ ਚੀਜ਼ ਯਾਦ ਰੱਖਿਓ ਕਿ ਆਪਣੇ ਹੀ ਪੈਸੇ ਅਗੇਂਸਟ ਲੋਨ ਅਸੀਂ ਕਿਉਂ ਲੈ ਰਹੇ ਹਾਂ। 2010-11 ਦੇ ਵਿੱਚ ਬਹੁਤ ਸਾਰਾ ਵੀਜ਼ਾ ਰਿਫਿਊਜ਼ ਹੋਇਆ ਸੀਗਾ ਕਿ ਆਪਣਾ ਹੀ ਪੈਸਾ ਤੁਹਾਡਾ FD, ਉਹਦੇ ਅਗੇਂਸਟ ਤੁਸੀਂ ਲੋਨ ਲੈ ਕੇ ਓਵਰਡਰਾਫਟ ਕਿਉਂ ਐਕਸਟਰਾ ਬਰਡਨ ਆਪਣੇ ਉੱਤੇ ਪਾ ਰਹੇ ਹੋ। ਵੀ ਡੂ ਹੈਵ ਡਾਊਟ ਤੁਹਾਡੇ ਇੰਟੈਂਸ਼ਨਸ ਦੇ ਉੱਤੇ ਕਿ ਤੁਸੀਂ ਇਹ ਪੈਸੇ ਤੁਹਾਡੇ ਨਾਲ ਬਿਲੋਂਗ ਕਰਦੇ ਆ, ਤੁਹਾਡੇ ਹੈਗੇ ਆ। ਸੋ ਦੇਖੋ UK ਕਿੰਨਾ ਰੂਲਸ ਚੇਂਜ ਕਰ ਹੋਇਆ ਤੁਹਾਡੇ ਫੇਵਰ 'ਚ ਹੋ ਰਿਹਾ। UK ਨੇ ਇਹ ਨਹੀਂ ਕਹਿ ਤਾ ਨਿਊਜ਼ੀਲੈਂਡ ਵਾਂਗ ਕਿ ਤੁਸੀਂ FTS ਕਰਾ ਕੇ ਪੈਸੇ ਟ੍ਰਾਂਸਫਰ ਕਰੋ, ਲਿਵਿੰਗ ਟ੍ਰਾਂਸਫਰ ਕਰੋ। ਉਹਨੇ ਕੈਨੇਡਾ ਵਾਂਗ ਇਹ ਨਹੀਂ ਕਹਿ ਤਾ GSE ਦਿਓ। ਸਟਿਲ ਆਪਾਂ 28 ਦਿਨ ਪੁਰਾਣੇ ਫੰਡ ਵੀ ਜੇਕਰ ਮੈਨੂਪਲੇਟ ਕਰਕੇ ਐਮਬੈਸੀ ਨੂੰ ਭੇਜਾਂਗੇ ਨਾ, ਅੱਜ ਨਹੀਂ ਤਾਂ ਕੱਲ੍ਹ ਐਮਬੈਸੀ ਤੁਹਾਡੇ ਵੀਜ਼ਾ ਰਿਫਿਊਜ਼ ਕਰ ਸਕਦੀ ਆ। ਫਿਲਹਾਲ ਵੀਜ਼ਾ ਰੇਸ਼ੋ ਘੱਟ ਰਿਫਿਊਜ਼ ਹੋਈ ਹੈ, ਬਟ ਏਜੰਟਸ ਨੇ ਬਹੁਤ ਜ਼ਿਆਦਾ ਪਲੇ ਕਰਨ ਦੀ ਕੋਸ਼ਿਸ਼ ਦੁਬਾਰਾ ਕੀਤੀ ਹੈ। ਸੇਮ ਡੇ ਦੀ FD ਕਰਾ ਕੇ ਵਿਚ ਇਜ਼ 1 day old, ਉਹਦੇ ਅਗੇਂਸਟ ਲੋਨ ਲਿੱਤਾ ਵਿਚ ਇਜ਼ ਨੋਟ ਐਨ ਐਕਸੈਪਟੇਬਲ ਡਾਕੂਮੈਂਟ। ਜੇਕਰ ਤੁਸੀਂ ਲੋਨ ਲੈਟਰ ਤੁਸੀਂ ਲਗਾ ਰਹੇ ਹੋ, ਉਹ ਲੋਨ ਲੈਟਰ ਐਜ਼ ਪਰ ਦਾ UKVI ਗਾਈਡਲਾਈਨਸ ਉਹਦੀ ਸਿਕਿਉਰਿਟੀ FD ਨਹੀਂ ਹੋਣੀ ਚਾਹੀਦੀ। ਤੁਸੀਂ FD ਲਗਾ ਸਕਦੇ ਹੋ 28 days old ਵਿਦ ਸਪੈਸੀਫਾਈਡ ਫੋਰਮੈਟ ਇਨ ਦਾ ਹਾਈ ਕਮਿਸ਼ਨ, ਬਟ FD ਦੇ ਨਾਲ ਜਿਹੜਾ ਲੋਨ ਲਾਉਂਦੇ ਹੋ ਉਹ ਲੋਨ ਵੀ ਸਿੰਪਲ FD OD ਇਹ ਐਕਸੈਪਟੇਬਲ ਡਾਕੂਮੈਂਟ ਨਹੀਂ ਹੈਗਾ। ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਆਏ ਹੋਣਗੇ, ਬੱਚੇ ਪਹੁੰਚ ਵੀ ਗਏ ਹੋਣਗੇ, ਲੇਕਿਨ ਕਿਸੇ ਵੀ ਟਾਈਮ 'ਤੇ ਇਹ ਚੀਜ਼ ਦੀ ਪ੍ਰੋਬਲਮ ਆ ਸਕਦੀ ਹੈ। ਔਰ ਸਿਰਫ ਐਜੂਕੇਸ਼ਨ ਲੋਨ ਜਿਹੜਾ ਹੈਗਾ ਦੈਟ ਇਜ਼ ਐਕਸੈਪਟੇਬਲ, ਔਰ ਉਹ ਵੀ ਅਗੇਨ ਤੁਸੀਂ ਪਰਸਨਲ ਸਿਕਿਉਰਿਟੀ ਹੋ ਸਕਦਾ ਹੈ ਜਾਂ ਤੁਹਾਡੀ ਪ੍ਰੋਪਰਟੀ ਹੋ ਸਕਦਾ। ਕਈ ਐਗਰੀਕਲਚਰ ਲੋਨ ਲਗਾ ਰਹੇ ਆ 1 day old ਕਰਕੇ, ਉਹਦੇ 'ਚ ਪੈਸੇ ਲੈ ਕੇ। ਉਹਦਾ ਪਰਪਸ ਕੀ ਹੈ? ਤੁਹਾਡੀ ਖੇਤੀਬਾੜੀ ਵਾਸਤੇ ਲੋਨ ਹੈ, ਤੁਹਾਡੇ ਕੰਸਟਰਕਸ਼ਨ ਲੋਨ ਹੈ, ਉਹਨੂੰ ਤੁਸੀਂ ਐਜੂਕੇਸ਼ਨ ਵਾਸਤੇ ਯੂਜ਼ ਨਹੀਂ ਕਰ ਸਕਦੇ। ਸੋ ਚੰਗਾ ਏਜੰਟ ਚੂਜ਼ ਕਰੋ, ਉਹਨੂੰ ਕੋ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਮੇਰੀ ਫਾਈਲ ਜਿਹੜੀ ਲਗਾਵੇ। ਮੈਂ ਤਾਂ ਇਹੀ ਕਹਾਂਗਾ ਸਿਰਫ 28 ਦਿਨ ਪੁਰਾਣੇ ਫੰਡ ਨੇ, ਬਿਲਕੁਲ ਪਲੇ ਕਰਨ ਦੀ ਕੋਸ਼ਿਸ਼ ਨਾ ਕਰੋ। ਹਾਈ ਕਮਿਸ਼ਨ ਦੇ ਨਾਲ ਕੱਲ੍ਹ ਨੂੰ ਵੀਜ਼ਾ ਰਿਫਿਊਜ਼ ਹੀ ਹੋ ਸਕਦਾ ਹੈ, ਤੁਹਾਡਾ 320 ਮਤਲਬ ਕਿ 10 ਸਾਲ ਦਾ ਬੈਨ ਵੀ ਲੱਗ ਸਕਦਾ। ਸੋ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਇਹ ਕੁਐਸਚਨ ਜਿਹੜਾ ਹੈ ਮੈਂ ਸਮਝਾਂਗਾ ਬਾਕੀ ਆਵਾਮ ਦੀ ਵੀ ਜਿਹੜੇ ਬੱਚੇ ਸਟੂਡੈਂਟਸ ਵਰਲਡ ਦੀ ਹੈਲਪ ਕਰੇਗਾ ਕਿ ਮੇਰਾ ਕੈਸ਼ ਆ ਚੁੱਕਿਆ, ਮੈਂ ਫਾਈਲ ਲੌਂਚ ਨਹੀਂ ਕੀਤੀ, ਕੀ ਮੈਨੂੰ ਕੈਸ਼ ਦੇ ਵਿੱਚ ਚੇਂਜਸ ਕਰਾਉਣੇ ਪੈਣਗੇ। ਜੇਕਰ 5 ਅਕਤੂਬਰ ਤੋਂ ਪਹਿਲੇ ਤੁਹਾਡਾ ਕੈਸ਼ ਆਇਆ, ਤੁਹਾਡੀ ਅਪਾਇੰਟਮੈਂਟ ਜਿਹੜੀ ਹੈ ਫਿਕਸ ਹੋ ਚੁੱਕੀ ਹੈ, ਤੁਸੀਂ IHS ਪੇ ਕਰਤਾ ਹੈ, ਤੁਹਾਡੀ ਅਪਾਇੰਟਮੈਂਟ ਚਾਹੇ 8 ਦੀ ਹੈ, 10 ਦੀ ਹੈ ਜਾਂ ਕਿਸੇ ਵੀ ਡੇਟ ਦੀ ਅਕਤੂਬਰ ਦੇ ਵਿੱਚ, ਤੁਹਾਨੂੰ ਕੁਝ ਵੀ ਚੇਂਜਸ ਕਰਾਉਣ ਦੀ ਲੋੜ ਨਹੀਂ ਹੈਗੀ। ਕੈਸ਼ ਦੇ ਉੱਤੇ ਵੈਸੇ ਵੀ ਲਿਖਿਆ ਹੋਇਆ ਯੂਨੀਵਰਸਿਟੀ ਨੇ ਕਿ ਤੁਹਾਡੇ ਕਿਹੜੀ ਗਰਾਊਂਡ 'ਤੇ ਤੁਹਾਨੂੰ ਉਹਨੇ 10 ਪੁਆਇੰਟਸ ਦਿੱਤੇ, ਪਹਿਲੀ ਚੀਜ਼। ਲੇਕਿਨ 5 ਅਕਤੂਬਰ ਨੂੰ ਜੇਕਰ ਤੁਹਾਡਾ ਉੱਥੇ ਮੈਂਸ਼ਨ ਜੇਕਰ ਤੁਹਾਡੀ ਫੀਸ ਪੇ ਹੈਗੀ ਹੈ, ਤੁਹਾਨੂੰ ਕੁਝ ਵੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ। ਲੇਕਿਨ ਜੇਕਰ ਤੁਹਾਡੀ 5 ਅਕਤੂਬਰ ਤੋਂ ਪਹਿਲੇ ਕੈਸ਼ ਆਇਆ, ਤੁਸੀਂ ਐਪਲੀਕੇਸ਼ਨ ਫੀਸ ਪੇ ਨਹੀਂ ਕੀਤੀ, ਤੁਹਾਡੀ ਫਾਈਲ ਜਿਹੜੀ ਹੈ ਮੀਨਸ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਫੀਸ ਹੈ ਐਂਡ IHS ਉਹ ਪੇ ਨਹੀਂ ਹੋਇਆ, ਯੈਸ ਤੁਹਾਨੂੰ ਜਿਹੜਾ ਆਨਲਾਈਨ ਸਿਸਟਮ 'ਤੇ ਜਾ ਕੇ ਕੈਸ਼ ਵਿੱਚ ਚੇਂਜਸ ਕਰਾਉਣੇ ਪੈਣਗੇ। ਬਿਕੋਜ਼ ਜਿਹੜਾ ਕੈਸ਼ ਤੁਹਾਨੂੰ ਇਸ਼ੂ ਹੋਇਆ ਸੀਗਾ ਇਹਨਾਂ ਦੀ ਫੀਸ ਪੇ ਨਹੀਂ ਹੋਈ, 230 ਐਂਡ 10 ਪੁਆਇੰਟਸ।
ਹੁਣ ਤੁਹਾਨੂੰ ਕੈਸ਼ ਦੇ ਪੁਆਇੰਟ ਅਲੱਗ ਮਿਲਨੇ ਆ, ਤੁਹਾਨੂੰ 70 ਪੁਆਇੰਟਸ ਕਲੇਮ ਕਰਨੇ ਪੈਣੇ ਆ। ਉਹਦੇ ਕੇਸ ਦੇ ਵਿੱਚ ਚੇਂਜਸ ਜਿਹੜੇ ਨੇ ਉਹ ਕਰਨੇ ਹੀ ਪੈਣਗੇ। ਜੇਕਰ ਤੁਹਾਡੀ ਫਾਈਲ ਮੈਂ ਦੁਬਾਰਾ ਦੱਸਣਾ, ਜੇਕਰ ਤੁਹਾਡੀ ਫੀਸ ਪੇਡ ਹੈਗੀ ਆ, ਤੁਹਾਡੀ ਅਪਾਇੰਟਮੈਂਟ ਬੁੱਕ ਹੈਗੀ ਆ, ਤੁਹਾਨੂੰ ਕੁਝ ਵੀ ਚੇਂਜ ਕਰਾਉਣ ਦੀ ਲੋੜ ਨਹੀਂ ਹੈਗੀ। ਜੇਕਰ ਤੁਹਾਡੀ ਕੈਸ਼ ਆਇਆ 5 ਅਕਤੂਬਰ ਤੋਂ ਪਹਿਲਾਂ, ਤੁਹਾਡਾ ਜਿਹੜੀ ਫੀਸ ਹੈ ਪੇਡ ਨਹੀਂ ਹੈਗੀ, ਯੈਸ ਤੁਸੀਂ ਆਪਣੀ ਯੂਨੀਵਰਸਿਟੀ ਨੂੰ ਕਹਿ ਕੇ ਆਪਣੇ ਕੈਸ਼ ਦੇ ਵਿੱਚ ਉਹ ਐਕਸਟਰਾ ਨੋਟਸ ਪਵਾਉਣਗੇ ਤਾਂ ਕਿ ਜਿਹੜਾ ਹੁਣ ਆਨਲਾਈਨ ਸਿਸਟਮ ਦੇ ਨਾਲ ਤੁਹਾਡਾ ਕੈਸ਼ ਜਿਹੜਾ ਉਹ ਕੰਪੈਟੀਬਲ ਹੋ ਜੇ। 70 ਪੁਆਇੰਟਸ ਜਿਹੜੇ ਨੇ ਉਹ ਤੁਸੀਂ ਤਾਂ ਹੀ ਕਲੇਮ ਕਰ ਪਾਓਗੇ ਜੇਕਰ ਤੁਹਾਡਾ ਕੈਸ਼ ਹੁਣ ਠੀਕ ਹੋ ਗਿਆ ਹੈਗਾ। ਜੇਕਰ ਤੁਹਾਡੀ IHS ਐਂਡ ਅੰਬੈਸੀ ਦੇ ਕੋਲ ਤੁਹਾਡੀ ਅਪਾਇੰਟਮੈਂਟ ਜਿਹੜੀ ਹੈ ਬੁੱਕ ਨਹੀਂ ਹੋਈ 5 ਅਕਤੂਬਰ ਤੋਂ ਪਹਿਲਾਂ, ਇਨ ਦੈਟ ਕੇਸ ਓਨਲੀ। ਸੋ ਜੈਨ ਇਨਟੇਕ ਦੀਆਂ ਆਫਰਸ ਆ ਰਹੀਆਂ ਨੇ ਐਂਡ ਸਾਡਾ ਆਫਰ ਦਾ ਟਾਈਮ ਉਹੀ ਹੈ 7 to 15 working days, and if you're interested then you can contact us on the number given below, and thank you very much।